Hello dosto, welcome to Siddhi Punjab. So today in this video we are going to discuss the current affairs that are relevant from 27th and 28th July ਜਿਹੜੇ ਵੀ ਆਪਣੇ ਐਗਜ਼ਾਮ ਵਿੱਚ ਆਣਗੇ ਟੌਪਿਕਸ ਉਹ ਆਪਾਂ ਡਿਸਕਸ ਕਰਾਂਗੇ। ਅੱਗੇ ਵਧਣ ਤੋਂ ਪਹਿਲਾਂ I'd like to tell you that we are already pursuing different courses for your benefit। GS full course ਸਾਡਾ 7th August ਤੋਂ fresh batch ਸ਼ੁਰੂ ਹੋ ਰਿਹਾ ਹੈ। ਅਗਰ ਤੁਸੀਂ interested ਹੋ TPSC ਦੀ classes ਲਗਾਉਣ ਵਿੱਚ call us at this number or WhatsApp us at this number. You'll get the demo classes also, and also you can inquire about any other things online offline दोनों type ਦੇ batches ਸਾਡੇ ਕੋਲ included ਨੇ। mentorship course already ਚੱਲ ਰਿਹਾ ਹੈ ਸਾਡਾ, ਬਹੁਤ ਵਾਰ ਮੈਂ ਤੁਹਾਨੂੰ ਦੱਸ ਚੁੱਕੀ। everything about your preparation will be discussed। ਕਿਵੇਂ ਤੁਸੀਂ ਨਿਊਜ਼ਪੇਪਰ ਪੜ੍ਹਨੇ ਨੇ, ਕਿਵੇਂ ਉਹਨਾਂ ਚੋਂ ਨੋਟਸ ਬਣਾਉਣੇ ਆ, ਕਿਵੇਂ precise crisp ਨੋਟਸ ਬਣਾਏ ਜਾਣ so that you are able to revise them very well। ठीक है जी, आंसर्स किमें लिखने हैं, एसेस किमें लिखने हैं, एवरीथिंग विल बी डिस्कस्ड इन दिस कोर्स, सो यू कैन कंसिडर जॉइनिंग दिस आल्सो। एंड देन फाइनली ਸਾਡੇ ਕੋਲ ਟੈਸਟ ਸੀਰੀਜ਼ ਵੀ ਹੈਗੀ ਹੈ ਪੰਜਾਬ ਪੀਸੀਐਸ ਦੀ ਡੈਡੀਕੇਟਿਡ ਪ੍ਰੈਪਰੇਸ਼ਨ ਲਈ, ਰਾਈਟ। ਸੋ ਵਿਚਐਵਰ ਏਰੀਆ ਯੂ ਫੀਲ ਯੂ ਨੀਡ ਰਿਕੁਆਇਰਮੈਂਟ ਹੈ ਤੁਹਾਨੂੰ ਤੁਹਾਡੀ ਪ੍ਰੈਪਰੇਸ਼ਨ ਲਈ, just message us at this number and we will be there to respond to your queries, right। now let's see the topics ਜਿਹੜੇ ਅੱਜ ਆਪਾਂ ਡਿਸਕਸ ਕਰਾਂਗੇ। ਇਹ 8 ਟੌਪਿਕਸ ਹੈ ਜਿਹੜੇ ਵੱਡੇ ਛੋਟੇ ਟੌਪਿਕਸ ਹੈ ਅੱਜ ਡਿਸਕਸ ਕਰਾਂਗੇ। ਸਾਰੇ ਮਿਕਸ ਜੇ ਟੌਪਿਕਸ ਹੈ, ਜ਼ਿਆਦਾ ਟਾਈਮ ਲੱਗਣਾ ਨਹੀਂ ਹੈ, ਛੋਟੇ ਛੋਟੇ ਟੌਪਿਕਸ ਹੈ, ਬਟ ਕੁਝ ਆਪਾਂ ਨੂੰ ਡਾਟਾ ਜਾਂ ਪੁਆਇੰਟਸ ਦੇ ਰਹੇ ਆ ਜਿਹੜੇ ਆਪਾਂ ਪੇਪਰਸ 'ਚ ਯੂਜ਼ ਕਰ ਸਕਦੇ ਆ, ਰਾਈਟ। ਲੈਟਸ ਜੰਪ ਟੂ ਦ ਟੌਪਿਕਸ ਇਟਸੈਲਫ। In Parliament at 134%, ਹਰਿਆਣਾ ਥਰਡ ਵਰਸਟ ਇਨ ਗਰਾਊਂਡ ਵਾਟਰ ਐਕਸਟ੍ਰੈਕਸ਼ਨ। ਠੀਕ ਹੈ ਜੀ, ਪਾਰਲੀਮੈਂਟ ਵਿੱਚ ਕੁਝ ਡਾਟਾ ਪ੍ਰੈਜ਼ੈਂਟ ਕੀਤਾ ਹੈ ਮਿਨਿਸਟਰੀ ਆਫ ਵਾਟਰ ਜਲ ਸ਼ਕਤੀ ਵਾਲੇ ਨੇ। ਸੋ ਉਹ ਦੱਸ ਰਹੇ ਨੇ ਕਿ ਗਰਾਊਂਡ ਵਾਟਰ ਐਕਸਟ੍ਰੈਕਸ਼ਨ ਦੀ ਕੰਡੀਸ਼ਨ ਪੂਰੇ ਇੰਡੀਆ ਵਿੱਚ ਕਿਆ ਹੈ। ਠੀਕ ਹੈ ਜੀ, ਸੋ ਇਹ ਡਾਟਾ ਆਪਾਂ ਆਪਦੇ ਆਨਸਰਸ ਵਗੈਰਾ 'ਚ ਯੂਜ਼ ਕਰ ਸਕਦੇ ਆ, ਕਾਫੀ ਅੱਛਾ ਡਾਟਾ ਹੈ। ਤਾਂ ਇਹਨਾਂ ਨੇ ਦੱਸਿਆ ਪੰਜਾਬ ਜਿਹੜਾ ਹੈ ਉਹ ਪਹਿਲੇ ਨੰਬਰ ਤੇ ਹੈ ਇਨ ਦੀ ਗਰਾਊਂਡ ਵਾਟਰ ਐਕਸਟ੍ਰੈਕਸ਼ਨ। ਸਭ ਤੋਂ ਜ਼ਿਆਦਾ ਗਰਾਊਂਡ ਵਾਟਰ ਐਕਸਟ੍ਰੈਕਸ਼ਨ ਇੰਡੀਆ ਦੇ ਵਿੱਚ ਪੰਜਾਬ ਵਿੱਚ ਹੀ ਹੋ ਰਹੀ ਹੈ, ਤੇ ਅਸੀਂ ਆਪਦਾ ਗਰਾਊਂਡ ਵਾਟਰ 166% ਤੇ ਮਤਲਬ ਐਕਸਟ੍ਰੈਕਟ ਕਰ ਰਹੇ ਹਾਂ। 100 ਨਾਲੋਂ ਵੀ ਜ਼ਿਆਦਾ ਪਰਸੈਂਟ ਤੋਂ ਵੀ ਆਰ ਐਕਸਟ੍ਰੈਕਟਿੰਗ, ਮਤਲਬ ਕਿ ਜਿੰਨਾ ਉਹ ਰਿਪਲੈਨਿਸ਼ ਨਹੀਂ ਹੁੰਦਾ ਉਹ ਤੋਂ ਵੀ ਜ਼ਿਆਦਾ ਅਸੀਂ ਐਕਸਟ੍ਰੈਕਟ ਕਰ ਰਹੇ ਹਾਂ। ਸੈਕਿੰਡ ਨੰਬਰ ਤੇ ਆਂਦਾ ਹੈ ਰਾਜਸਥਾਨ, ਆਲਸੋ 150 ਆਈ ਮੀਨ ਆਲਮੋਸਟ 150% ਦਾ ਵਾਟਰ ਐਕਸਟ੍ਰੈਕਟ ਰਾਜਸਥਾਨ ਆਪਦੇ ਗਰਾਊਂਡ ਵਿੱਚੋਂ ਕਰ ਰਹੇ ਹੈ, ਰਾਈਟ। ਹਰਿਆਣਾ ਥਰਡ ਨੰਬਰ ਤੇ ਹੈ ਵਿਦ 134% ਗਰਾਊਂਡ ਵਾਟਰ ਐਕਸਟ੍ਰੈਕਸ਼ਨ। ਠੀਕ ਹੈ ਜੀ, ਓਵਰਆਲ ਇੰਡੀਆ ਦੀ ਨੈਸ਼ਨਲ ਐਵਰੇਜ ਦੇਖੀਏ ਤਾਂ ਉਹ 60% ਦੇ ਅਰਾਊਂਡ ਹੈ, ਜਿਹੜੀ ਕਿ ਓਵਰ ਦੀ ਈਅਰਸ ਇੰਪਰੂਵ ਹੋਈ ਹੈ। ਦਿਸ ਇਜ਼ ਅ ਪੋਜ਼ਿਟਿਵ ਸਾਈਨ, ਰਾਈਟ। ਬਟ ਪੰਜਾਬ ਦੀ ਕੰਡੀਸ਼ਨ ਜਿਹੜੀ ਕਿ ਆਪਣੇ ਐਗਜ਼ਾਮ ਲਈ ਇੰਪੋਰਟੈਂਟ ਹੈ, ਇਹ ਕਾਫੀ ਜ਼ਿਆਦਾ ਵਰੀਸਮ ਹੈ ਕਿ ਪੰਜਾਬ ਵਿੱਚ ਇੰਨਾ ਜ਼ਿਆਦਾ ਗਰਾਊਂਡ ਵਾਟਰ ਐਕਸਟ੍ਰੈਕਟ ਹੋ ਰਿਹਾ ਹੈ। ਰਿਪਲੈਨਿਸ਼ਮੈਂਟ ਜਿਹੜੀ ਹੈ ਉਹ ਸਲੋ ਹੈ, ਬਟ ਜਿਹੜੀ ਐਕਸਟ੍ਰੈਕਸ਼ਨ ਹੈ ਦੈਟ ਇਜ਼ ਮਚ ਹਾਇਰ। ਠੀਕ ਹੈ, ਪੰਜਾਬ ਦੇ ਗਰਾਊਂਡ ਵਾਟਰ ਬਲੌਕਸ ਦੀ ਅਸੈਸਮੈਂਟ ਵੀ ਜਦ ਕੀਤੀ ਗਈ, ਇਟ ਵਾਜ਼ ਫਾਊਂਡ ਕਿ ਆਲਮੋਸਟ 150 ਬਲੌਕ ਜਿਹੜੇ ਅਸੈਸ ਕੀਤੇ ਗਏ ਉਹਨਾਂ ਚੋਂ 117 ਬਲੌਕਸ ਦੇ ਵਰ ਓਵਰ ਐਕਸਪਲੋਇਟਡ। ਠੀਕ ਹੈ, ਜਿੰਨਾ ਵਾਟਰ ਸਾਨੂੰ ਐਕਸਟ੍ਰੈਕਟ ਕਰਨਾ ਚਾਹੀਦਾ ਹੈ ਰੀਜ਼ਨੇਬਲੀ, ਉਹ ਤੋਂ ਕਾਫੀ ਜ਼ਿਆਦਾ ਪਾਣੀ ਅਸੀਂ ਐਕਸਟ੍ਰੈਕਟ ਕਰ ਚੁੱਕੇ ਹਾਂ। ਠੀਕ ਹੈ, ਦਿਸ ਇਜ਼ ਗੋਇੰਗ ਟੂ ਕਾਜ਼ ਲੋਟ ਆਫ ਪ੍ਰੋਬਲਮਸ ਫॉर ਦੀ ਫਿਊਚਰ ਆਫ ਪੰਜਾਬ। ਸਾਡੀ ਐਗਰੀਕਲਚਰ, ਸਾਡੀ ਲਾਈਵਲੀਹੁੱਡਸ ਜਿਹੜੀਆਂ ਵਾਟਰ ਤੇ ਡਿਪੈਂਡੈਂਟ ਹੈ, ਅਗਰ ਇਸੇ ਤਰੀਕੇ ਨਾਲ ਆਪਾਂ ਗਰਾਊਂਡ ਵਾਟਰ ਨੂੰ ਅਨਨੋਇੰਗਲੀ ਅੱਛੇ ਤਰੀਕੇ ਨਾਲ ਮੈਨੇਜ ਨਹੀਂ ਕਰਦੇ ਹੈ, ਇਸੇ ਤਰੀਕੇ ਨਾਲ ਐਕਸਟ੍ਰੈਕਟ ਕਰਦੇ ਰਵਾਂਗੇ, ਦੈਨ ਇਟ ਇਜ਼ ਗੋਇੰਗ ਟੂ ਇੰਪੈਕਟ ਆਵਰ ਲਾਈਫਸ ਅਲੋਟ। ਠੀਕ ਹੈ, ਸੋ ਇਹ ਡਾਟਾ ਆਪਣੇ ਲਈ ਕਾਫੀ ਅੱਛਾ ਹੈ, ਤੁਸੀਂ ਸਾਰਾ ਯੂਜ਼ ਕਰ ਸਕਦੇ ਹੋ। ਇਹ ਸਾਰੇ ਪੈਰਾਗ੍ਰਾਫ ਤਰੀਕੇ ਨਾਲ ਯਾਦ ਕੀਤਾ ਜਾ ਸਕਦਾ ਹੈ। ਸੈਕਿੰਡ, ਬੈਂਬੂ ਟੂ ਬੀ ਯੂਜ਼ਡ ਐਸ ਫੈਂਸ ਅਲੋਂਗ ਹਾਈਵੇਜ਼। ਠੀਕ ਹੈ, ਹਾਈਵੇਜ਼ ਦੇ ਸਾਈਡਾਂ ਤੇ ਤੁਸੀਂ ਦੇਖਦੇ ਹੋ ਕਿ ਕਾਫੀ ਜ਼ਿਆਦਾ ਕਈ ਵਾਰ ਫੈਂਸਿੰਗ ਹੁੰਦੀ ਹੈ, ਕਈ ਵਾਰ ਐਨੀਮਲਸ ਨੂੰ ਰਿਸਟ੍ਰਿਕਟ ਕਰਨ ਲਈ ਜਾਂ ਕਿਸੇ ਵੀ ਤਰੀਕੇ ਨਾਲ ਪ੍ਰਾਈਵੇਟ ਪ੍ਰਾਪਰਟੀ ਨੂੰ ਸੈਪਰੇਟ ਕਰਨ ਲਈ ਫੈਂਸਿੰਗ ਰਿਕੁਆਇਰਡ ਹੁੰਦੀ ਹੈ ਹਾਈਵੇਜ਼ ਤੇ। ਠੀਕ ਹੈ, ਸੋ ਗਵਰਨਮੈਂਟ ਨੇ ਇਹ ਸੋਚਿਆ ਹੈ ਕਿ ਹੁਣ ਨੈਚੁਰਲ ਫੈਂਸਿੰਗ ਯੂਜ਼ ਕੀਤੀ ਜਾਏਗੀ ਇਨਸਟੈਡ ਆਫ ਯੂਜ਼ਿੰਗ ਦੋਜ਼ ਵਾਇਰਸ ਜਿਹੜੀਆਂ ਆਪਾਂ ਦੇਖਦੇ ਹਾਂ, ਜਾਂ ਵਾਲਸ ਕ੍ਰੀਏਟ ਕਰਨ ਦੀ ਜਗ੍ਹਾ ਬਾਹੂਬਲੀ ਬੈਂਬੂਜ਼ ਯਾਨੀ ਕਿ ਬੈਂਬੂ ਟਰੀ ਜਿਹੜੇ ਲੰਬੇ ਲੰਬੇ ਗ੍ਰੀਨ ਪਲਾਂਟਸ ਹੁੰਦੇ ਆ, ਉਹਨਾਂ ਨੂੰ ਯੂਜ਼ ਕੀਤਾ ਜਾਏਗਾ ਐਜ਼ ਫੈਂਸਿੰਗ। ਠੀਕ ਹੈ, ਨੈਚੁਰਲ ਫੈਂਸਿੰਗ ਬਣਾਉਣ ਦਾ ਇੱਕ ਇਨੀਸ਼ੀਏਟਿਵ ਹੈ, ਅੱਛਾ ਇਨੀਸ਼ੀਏਟਿਵ ਹੈ। ਇਨਵਾਇਰਮੈਂਟ ਦੇ ਐਸੇ ਵਗੈਰਾ 'ਚ ਯੂਜ਼ ਕਰ ਸਕਦੇ ਹਾਂ ਵੈਨ ਵੀ ਹੈਵ ਟੂ ਗਿਵ ਐਗਜ਼ਾਮਪਲਸ ਕਿ ਕਿਵੇਂ ਗਵਰਨਮੈਂਟ ਸਸਟੇਨੇਬਲ ਲਿਵਿੰਗ ਵੱਲ, ਸਸਟੇਨੇਬਲ ਫਿਊਚਰ ਵੱਲ ਅੱਗੇ ਵੱਧ ਸਕਦੀ ਹੈ। ਦਿਸ ਯੂ ਕੈਨ ਯੂਜ਼ ਐਜ਼ ਅ ਮਾਈਨਿਊਟ ਐਗਜ਼ਾਮਪਲ ਦੇयर। ਠੀਕ ਹੈ, ਯੂਜ਼ ਆਫ ਨੈਚੁਰਲ ਫੈਂਸਿੰਗ ਇਨ ਦੀ ਫॉर्म ਆਫ बैम्बू बाहुबलीज। ठीक है, नेक्स्ट है प्रीलिम्स लिए इंपॉर्टेंट है, वैसे कुछ ज्यादा नहीं है क्योंकि फैक्ट है, कैन बी आस्क्ड एज अ क्वेश्चन इन प्रीलिम्स।
कि who was the first women from Nagaland to preside the Rajya Sabha. ठीक है, so that is Pangnon Konyak, right? Pangnon Konyak, मतलब प्रोनाउंसिएशन कुछ और हो सकती है, प्लीज माइंड मी फॉर द प्रोनाउंसिएशन, इट कैन बी एनीथिंग एल्स आल्सो। तो ये नागालैंड तो है, शी इज फर्स्ट वुमेन फ्रॉम नागालैंड टू प्रिजाइड द सेशन ऑफ राज्य सभा। तो ये बहुत बड़ा यूनिक फैक्ट है, कैन बी आस्क्ड इन पेपर्स, तो इन्हों याद करने की कोशिश करो। ठीक है जी। नेक्स्ट हैगा ये 44। तो देखो, अपने अपने पार्ਲੀਮੈਂਟ ਚ ਹੋਵੇ ਜਾਂ ਆਪਣੀ ਸਟੇਟ ਲੈਜਿਸਲੇਚਰ ਚ ਹੋਵੇ, ਬਹੁਤ ਸਾਰੇ ਇਹ ਜਿਹੇ ਐਮਪੀਜ਼ ਐਮਐਲਏਜ਼ ਹੈ ਜਿਨ੍ਹਾਂ ਦੇ ਅਗੇਂਸਟ ਲੋਟ ਆਫ ਕ੍ਰਿਮੀਨਲ ਕੇਸਿਸ ਆਰ देयर। ਠੀਕ ਹੈ, ਸਟਿਲ ਉਹ ਆਪਣੇ ਲੈਜਿਸਲੇਚਰ ਚ ਬੈਠ ਕੇ ਲਾਜ਼ ਬਣਾ ਰਹੇ ਨੇ, ਰਾਈਟ? ਦੇ ਦੈਮਸੈਲਵਸ ਆਰ ਇੰਡਾਈਟਡ ਫॉर ਕ੍ਰਿਮੀਨਲ ਕੇਸਿਸ, ਬਟ ਉਹ ਖੁਦ ਲਾਜ਼ ਬਣਾ ਰਿਹਾ ਹੈ। ਕਾਫੀ ਵਰੀਸਮ ਕੰਡੀਸ਼ਨ ਹੁੰਦੀ ਹੈ, ਅਸੀਂ ਕਿਵੇਂ ਲਾਅ ਬਣਾਉਣ ਦਾ ਪਾਵਰ ਇਹ ਜੇ ਲੋਕਾਂ ਦੇ ਹੱਥ ਚ ਦੇ ਸਕਦੇ ਆ ਜਿਹੜੇ ਖੁਦ ਹੀ law break ਕਰ ਰਹੇ ਨੇ, ਰਾਈਟ? ਸੋ ਇਹ ਕਾਫੀ ਵਰੀਸਮ ਸਿਚੁਏਸ਼ਨ ਹੈ। ਇਹ ਤੇ ਹੀ ਡਾਟਾ ਸੁਪਰੀਮ ਕੋਰਟ ਚ ਪ੍ਰੈਜ਼ੈਂਟ ਕੀਤਾ ਗਿਆ ਹੈ। ਦਿਸ ਡਾਟਾ ਇਜ਼ ਬੇਸਡ ਔਨ ADR's ਰਿਪੋਰਟ, that is ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮਸ। ਇਹ ਰਿਪੋਰਟ ਦਿੰਦੀ ਹੈ ਹਰ ਸਾਲ ਔਨ ਕ੍ਰਿਮੀਨਲ ਕੇਸਿਸ ਐਂਡ ਆਲ। ਇਹ ਮਤਲਬ ਪਾਰਲੀਮੈਂਟ ਲੈਜਿਸਲੇਚਰ ਦੇ ਨਾਲ ਰਿਲੇਟਡ ਕਾਫੀ ਸਾਰੇ ਇੰਪੋਰਟੈਂਟ ਡਾਟਾਜ਼ ਇਹ ਦਿੰਦੇ ਨੇ, ਤੇ ਕ੍ਰਿਮੀਨਲ ਕੇਸਿਸ ਦੇ ਨਾਲ ਰਿਗਾਰਡਿੰਗ ਵੀ ਇਹਨਾਂ ਨੇ ਇਹ ਡਾਟਾ ਦਿੱਤਾ ਹੈ, ਜਿਸ ਚੋਂ ਇਹ ਰਿਪੋਰਟ ਸੁਪਰੀਮ ਕੋਰਟ ਚ ਪ੍ਰੈਜ਼ੈਂਟ ਕੀਤੀ ਗਈ ਹੈ। 2022 ਦੀ ਇਹ ਰਿਪੋਰਟ ਹੈ। ਅਗਰ ਲੋਕ ਸਭਾ ਚ ਦੇਖੀਏ ਤਾਂ 44% ਐਮਪੀਜ਼ ਦੇ ਅਗੇਂਸਟ ਕ੍ਰਿਮੀਨਲ ਕੇਸਿਸ ਨੇ। 44% ਤੁਸੀਂ ਸੋਚੋ। ਰਾਜ ਸਭਾ ਦੇ ਵਿੱਚ 31% ਐਮਪੀਜ਼ ਦੇ ਅਗੇਂਸਟ ਕ੍ਰਿਮੀਨਲ ਕੇਸਿਸ ਹੈ। ਸਟੇਟ ਲੈਜਿਸਲੇਚਰਸ ਚ ਅਗਰ ਦੇਖੀਏ ਤਾਂ ਓਵਰਆਲ 43% ਐਮਐਲਏਜ਼ ਜਿਹੜੇ ਹੈ ਸਟੇਟ ਲੈਜਿਸਲੇਚਰਸ ਵਿੱਚ, ਉਹਨਾਂ ਦੇ ਅਗੇਂਸਟ ਕ੍ਰਿਮੀਨਲ ਕੇਸਿਸ ਹੈ। ਤੇ ਅਗਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਟੋਟਲ 100 ਐਮਪੀ ਐਮਐਲਏਜ਼ ਦੇ ਅਗੇਂਸਟ 100 ਕੇਸਿਸ ਹੈ ਕ੍ਰਿਮੀਨਲ ਕੇਸਿਸ, ਰਾਈਟ? ਤੁਸੀਂ ਟੋਟਲ ਸੀਟਸ ਦੱਸ ਸਕਦੇ ਹੋ ਪੰਜਾਬ ਦੀ ਵਿਧਾਨ ਸਭਾ ਵਿੱਚ ਟੋਟਲ ਸੀਟਸ ਕਿੰਨੀਆਂ ਹੈ? ਟਾਈਪ ਇਨ ਦਾ ਕਮੈਂਟ ਸੈਕਸ਼ਨ। ਠੀਕ ਹੈ, ਤੇ ਉਹਨਾਂ ਚੋਂ ਦੇਖੋ ਕਿ 100 ਕੇਸਿਸ ਆਲਰੇਡੀ ਇੰਨੇ ਐਮਪੀ ਜਿਹੜੇ ਪੰਜਾਬ ਦੇ ਐਮਐਲਏਜ਼ ਹੈ ਉਹਨਾਂ ਦੇ ਅਗੇਂਸਟ ਫਾਈਲ ਕੀਤੇ ਗਏ ਨੇ। ਐਮਪੀਜ਼ ਐਮਐਲਏਜ਼ ਜਿੰਨੇ ਵੀ ਪੰਜਾਬ ਦੇ ਐਮਪੀ ਐਮਐਲਏਜ਼ ਪਾਰਲੀਮੈਂਟ ਚ ਰਿਪਰੈਜ਼ੈਂਟ ਕਰ ਰਹੇ ਨੇ, ਚਾਹੇ ਪੰਜਾਬ ਦੀ ਸਟੇਟ ਲੈਜਿਸਲੇਚਰ ਚ ਹੈ, ਵਿਧਾਨ ਸਭਾ ਚ ਹੈ, ਟੋਟਲ ਮਿਲਾ ਕੇ ਪੰਜਾਬ ਦੇ ਮਿਨਿਸਟਰਾਂ ਦੇ ਅਗੇਂਸਟ 100 ਕੇਸਿਸ ਹੈ। ਦੈਟ ਇਜ਼ ਆਲਸੋ ਅ ਵਰੀ ਸਮ ਕੰਡੀਸ਼ਨ। ਠੀਕ ਹੈ, ਸੋ ਦਿਸ ਡਾਟਾ ਇਜ਼ ਇੰਪੋਰਟੈਂਟ, ਇਹਨੂੰ ਆਪਾਂ ਆਨਸਰਸ ਚ ਯੂਜ਼ ਕਰ ਸਕਦੇ ਹਾਂ। ਯੂ ਕੈਨ ਕੀਪ ਇਟ ਇਨ ਰਿਟਨ ਵਿਦ ਯੂ, ਰਾਈਟ? ਨਾਓ ਮੌਨਸੂਨ ਦਾ ਕਹਿਰ ਤਾਂ ਆਪਾਂ ਦੇਖ ਹੀ ਰਹੇ ਹਾਂ ਪੰਜਾਬ ਦੇ ਵਿੱਚ। ਨਾਟ ਜਸਟ ਇਨ ਪੰਜਾਬ, ਓਵਰਆਲ ਦੀ ਪੈਟਰਨ ਆਫ ਮੌਨਸੂਨ ਇਜ਼ ਚੇਂਜਿੰਗ ਵੈਰੀ ਰੈਪਿਡਲੀ। ਠੀਕ ਹੈ, ਇਹ ਪਾਇਆ ਜਾ ਰਿਹਾ ਹੈ ਕਿ ਕਲਾਈਮੇਟ ਚੇਂਜ ਦੀ ਵਜ੍ਹਾ ਤੋਂ, ਗਲੋਬਲ ਵਾਰਮਿੰਗ ਦੀ ਵਜ੍ਹਾ ਤੋਂ ਵੀ ਆਰ ਸੀਇੰਗ ਚੇਂजेस ਇਨ ਦੀ ਪੈਟਰਨਸ ਆਫ ਸਾਊਥ ਵੈਸਟ ਮੌਨਸੂਨ, ਰਾਈਟ? ਹੁਣ ਟ੍ਰੈਡੀਸ਼ਨਲੀ ਅਗਰ ਆਪਾਂ ਲੱਦਾਖ ਦੀ ਐਗਜ਼ਾਮਪਲ ਲਈਏ ਤਾਂ ਟ੍ਰੈਡੀਸ਼ਨਲੀ ਕੀ ਹੈ, ਲੱਦਾਖ ਇੱਕ ਰੇਨ ਸ਼ੈਡੋ ਏਰੀਆ ਚ ਲਾਈ ਕਰਦਾ ਹੈ। ਰੇਨ ਸ਼ੈਡੋ ਦਾ ਮਤਲਬ ਕੀ ਹੁੰਦਾ ਹੈ? ਸਮਝ ਲਓ ਇਹ ਤੁਹਾਡੇ ਮਾਊਂਟੇਨਸ ਹੈ। तो मेनली अगर क्लाउड्स आर कमिंग फ्रॉम दिस साइड, यूजुअली बारिश जो है इस फेज ते होंदी जाएगी, राइट? दिस इज द माउंटेन्स, इफ दिस फेज ते होंदी जाएगी, जेड़ा पीछे वाला फेज है दिस इज द रेन शैडो एरिया इट बिकम्स। ਤਾਂ ਇੱਥੇ ਕੋਈ ਬਾਰਿਸ਼ ਨਹੀਂ ਹੁੰਦੀ ਹੈ, ਇੱਥੇ ਡਰਾਈ ਕੰਡੀਸ਼ਨਸ ਹੁੰਦੀਆਂ ਹੈ। ਦਿਸ ਇਜ਼ ਵਾਟ ਇਜ਼ ਦ ਕੰਡੀਸ਼ਨ ਆਫ ਲੱਦਾਖ। ਲੱਦਾਖ ਇੱਕ ਕੋਲਡ ਡੈਜ਼ਰਟ ਹੈ ਕਿਉਂਕਿ ਇਹ ਰੇਨ ਸ਼ੈਡੋ ਏਰੀਆ ਵਿੱਚ ਲਾਈ ਕਰਦਾ ਹੈ, ਰਾਈਟ? ਜਿੰਨੀ ਬਾਰਿਸ਼ ਹੁੰਦੀ ਹੈ that happens on this region ਤੇ ਪਿੱਛੇ ਜਿਹੜੀ ਵੈਲੀ ਰਹਿ ਜਾਂਦੀ ਹੈ ਉਹ ਰੇਨ ਸ਼ੈਡੋ ਰੀਜਨ ਬਣ ਜਾਂਦਾ ਹੈ। ਬਟ ਹੁਣ ਕਲਾਈਮੇਟ ਚੇਂਜ ਦੇ ਕਰਦੇ ਮੌਨਸੂਨ ਚ ਚੇਂजेस ਜਿਹੜੇ ਵਿਟਨੈਸ ਕੀਤੇ ਜਾ ਰਹੇ ਹੈ, ਇਟ ਹੈਜ਼ ਬੀਨ ਸੀਨ ਕਿ ਲੱਦਾਖ ਵਿੱਚ ਓਵਰ 69% increase in rainfall ਦੇਖਿਆ ਗਿਆ ਹੈ। this is a very significant development। ठीक है, almost 70% increase in the rainfall in Ladakh, which is supposed to be a cold desert। ਤੇ ਇਹਦੇ ਅਗੇਂਸਟ ਅਗਰ ਤੁਸੀਂ ਮਨੀਪੁਰ ਦੀ ਗੱਲ ਕਰੋ, ਜਿੱਥੇ ਕਿ ਤੁਹਾਨੂੰ ਪਤਾ ਹੀ ਹੈ ਸਾਡਾ ਮੌਨਸੂਨ ਜਿਹੜਾ ਹੈ ਰੱਜ ਕੇ ਆਂਦਾ ਹੈ ਨਾਰਥ ਈਸਟ ਸਾਈਡ ਵੱਲ, ਬਿਕੋਜ਼ ਸਾਡੀ ਬੇ ਆਫ ਬੰਗਾਲ ਬ੍ਰਾਂਚ ਇੱਥੋਂ ਦੀ ਜਾਂਦੀ ਹੈ ਤੇ ਇੱਥੇ ਹੈਵੀਐਸਟ ਰੇਨਫਾਲ ਕੁਝ ਪਾਈ ਜਾਂਦੀ ਹੈ। ਇੱਥੇ 50% ਦੇ ਅਰਾਊਂਡ ਰੇਨਫਾਲ ਵਿੱਚ ਡੈਫਿਸਿਟ ਪਾਇਆ ਜਾ ਰਿਹਾ ਹੈ, ਰਾਈਟ? ਤਾਂ ਤੁਸੀਂ ਚੇਂਜਿੰਗ ਪੈਟਰਨਸ ਦੇਖੋ, ਇੱਕ ਏਰੀਆ ਜਿਹੜਾ ਡਰਾਈ ਰਹਿੰਦਾ ਹੈ ਉੱਥੇ ਵੱਧ ਕੇ ਰੇਨ ਆ ਰਹੀ ਹੈ, ਤੇ ਇੱਕ ਏਰੀਆ ਜਿੱਥੇ ਜ਼ਿਆਦਾ ਰੇਨ ਆਣੀ ਚਾਹੀਦੀ ਆ ਉੱਥੇ ਡੈਫਿਸਿਟ ਬਣਦਾ ਜਾ ਰਿਹਾ ਹੈ, ਰਾਈਟ? तो ਇਸ ਤੋਂ ਪਤਾ ਚੱਲ ਰਿਹਾ ਹੈ ਕਿ ਮੌਨਸੂਨ ਜਿਹੜਾ ਹੈ ਕਾਫੀ ਜ਼ਿਆਦਾ
ਚੇਂਜ ਹੋ ਰਿਹਾ ਹੈ ਦੈਨ ਟ੍ਰੈਡੀਸ਼ਨਲ ਪੈਟਰਨਸ, ਤਾਂ ਪਾਲਿਸੀ ਮੇਕਰਸ ਲਈ ਬਹੁਤ ਜ਼ਰੂਰੀ ਹੈ ਕਿ ਇਸ ਚੇਂਜਸ ਨਾਲ ਰਿਲੇਟਡ ਉਹ ਕੋ ਪਾਲਿਸੀਜ਼ ਬਣਾਉਣ, ਸਟੈਪਸ ਲੈਣ, ਤਾਂ ਕਿ ਲੋਕਾਂ ਦੀ ਲਾਈਫ ਜ਼ਿਆਦਾ ਇੰਪੈਕਟ ਨਾ ਹੋਣ, ਰਾਈਟ। ਸੋ ਦਿਸ ਇਜ਼ ਆਲਸੋ ਇੰਪੋਰਟੈਂਟ ਨਿਊਜ਼ ਐਜ਼ ਐਨ ਐਗਜ਼ਾਮਪਲ ਇਹ ਲਿਖ ਕੇ ਰੱਖੋ ਤੁਸੀਂ, ਕਲਾਈਮੇਟ ਚੇਂਜ, ਇਨਵਾਇਰਨਮੈਂਟ ਨਾਲ ਰਿਲੇਟਡ ਆਂਸਰਸ ਨੂੰ ਯੂਜ਼ ਕਰ ਸਕਦੇ ਹੋ। नेक्स्ट हैगा है डिस्पाइट बेटी बचाओ बेटी प्लान 13 स्टेट सी ए डिप। सो ओवरऑल एक डाटा आया है ऑन दी सैक्स रेशियो एट बर्थ इन दी इंटायर इंडिया, तो उस चो पाया गया है कि इंडिया के टोटल 36 स्टेट्स एंड यूटीज है, इन्हों के 13 स्टेट्स वी हैव सीन अ ड्रॉप इन सैक्स रेशियो एट बर्थ, ठीक है, एंड 15 स्टेट्स यूटीज विच राइज देखा गया है। तो ये जो ड्रॉप हो रहा है काफी वरीसम है। वो भी स्टेट्स लाइक हरियाणा, एचपी, चंडीगढ़, हरियाणा ने काफी मेहनत की सी बेटी बचाओ बेटी पढ़ाओ प्रोग्राम दे अंडर अपनी सैक्स रेशियो ਨੂੰ ਰਿਵਾਈਵ ਕਰਨ ਦਾ। ਆਪਾਂ ਪਿਛਲੀ ਡਿਸਕਸ਼ਨ 'ਚ ਵੀ ਦੇਖਿਆ ਸੀ ਕਿ ਇਹਨਾਂ ਦੀ ਸੈਕਸ ਰੇਸ਼ੀਓ ਜਿਹੜੀ ਹੈ 6th ਈਅਰ ਲੋ ਇਸ ਵਾਰ ਵਿਟਨੈਸ ਕੀਤੀ ਗਈ ਹੈ, ਰਾਈਟ। ਸੋ ਦਿਸ ਇਜ਼ ਵਰੀਸਮ ਕਿਉਂਕਿ ਹਰਿਆਣਾ ਪ੍ਰੋਗਰੈਸ ਦੇ ਪਾਥ ਤੇ ਜਾ ਰਿਹਾ ਸੀ, ਬਟ ਅਗੇਨ ਹੁਣ ਕੁਝ ਡਿਵਾਈਸਿਸ ਕਰਕੇ, ਕੁਝ ਨਵੇਂ ਮੈਕੈਨਿਜ਼ਮਸ ਕਰਕੇ ਇਹਦੀ ਸੈਕਸ ਰੇਸ਼ੀਓ ਜਿਹੜੀ ਹੈ ਉਹ ਡਿਕਲਾਈਨ ਹੋਣ ਲੱਗ ਗਈ ਹੈ। ਤਾਂ ਇਹ ਜਿੰਨੀ ਮਿਹਨਤ ਕਰਕੇ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਸੀ, ਤੁਸੀਂ ਕਹਿ ਸਕਦੇ ਹੋ, ਉਹ ਸਾਰੀ ਮਿਹਨਤ ਤੇ ਪਾਣੀ ਫਿਰ ਰਿਹਾ ਹੈ, ਰਾਈਟ। ਸੋ ਦਿਸ ਇਜ਼ ਅ ਵੈਰੀ ਵਰੀਸਮ ਕੰਡੀਸ਼ਨ। ਤੇ ਇਹਦਾ ਕਾਰਨ ਕਿਆ ਹੈ ਕਿ ਹਰਿਆਣਾ ਜਾਂ ਜਿਹੜੀਆਂ 13 ਸਟੇਟਸ ਹੈ ਇਹ ਅੱਗੇ ਨਹੀਂ ਵੱਧ ਪਾ ਰਹੀਆਂ, ਤਾਂ ਇਹਦਾ ਬਿਗੇਸਟ ਕਾਰਨ ਹੈ ਸਾਡੇ ਦੁਨੀਆ ਦਾ, ਸਾਡੀ ਇੰਡੀਆ ਦਾ ਸਪੈਸ਼ਲੀ ਪੈਟਰੀਆਰਕਲ ਐਟੀਟਿਊਡ। ਸਭ ਲੋਕ, ਜਿਵੇਂ ਮੈਂ ਤੁਹਾਨੂੰ ਉਸ ਵੀਡੀਓ 'ਚ ਵੀ ਦੱਸਿਆ ਸੀ, that girl child is not preferred, girl child is seen as a liability, whereas a male child is seen as a higher or a person who will take the responsibility of the parents in future, ਉਹਨਾਂ ਦਾ ਨਾਮ ਅੱਗੇ ਵਧਾਏਗਾ, ਇਸ ਤਰੀਕੇ ਦੀ ਥਾਟਸ ਹੁੰਦੀਆਂ ਹੈ, ਠੀਕ ਹੈ। ਇਹ ਮਾਈਂਡਸੈਟ ਆਪਣੀ ਸੋਸਾਇਟੀ ਵਿੱਚ ਕਾਫੀ ਇੰਟਰੈਂਚਡ ਹੈ। ਇਸੇ ਲਈ ਤੁਸੀਂ ਦੇਖੋ ਕਿ ਕਾਫੀ ਸਾਰੀ ਆਪਾਂ ਐਗਜ਼ਾਮਪਲਸ ਵੀ ਦੇਖਦੇ ਹਾਂ ਕਿ ਲੋਕ ਜਿਹੜੇ ਆਪਦੀ ਗਰਲ ਚਾਈਲਡ ਨੂੰ ਜ਼ਬਰਦਸਤੀ ਮਾਰ ਰਹੇ ਆ, even if they are not able to perform feticide which is criminalized, then they kill their own newborn child। ਜਿਵੇਂ ਕਿ ਹੁਣ ਰੀਸੈਂਟਲੀ ਐਗਜ਼ਾਮਪਲ ਆਈ ਸੀ ਹਰਿਆਣਾ ਦੇ ਵਿੱਚ, ਇੱਕ ਵਿਮਨ ਨੇ ਆਪਦੀ 9 ਮੰਥ ਦੀ ਬੱਚੀ ਨੂੰ ਸਿਰਾਣੇ ਨਾਲ ਦੱਬ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਠੀਕ ਹੈ। ਪੁਣੇ ਵਿੱਚ ਇੱਕ ਬੰਦੇ ਨੇ ਆਪਦੀ 2 ਟਵਿਨ ਬੇਬੀ ਗਰਲਸ ਨੂੰ ਪੋਇਜ਼ਨ ਦੇ ਕੇ ਮਾਰ ਦਿੱਤਾ, ਐਂਡ ਉਹ ਤੋਂ ਬਾਅਦ ਆਪਦੀ ਵਾਈਫ ਨੂੰ ਵੀ ਉਹਨੇ ਥੋੜੀ ਦੇਰ ਬਾਅਦ ਪੋਇਜ਼ਨ ਦੇ ਕੇ ਮਾਰ ਦਿੱਤਾ, ਰਾਈਟ। ਦਿਸ ਓਨਲੀ ਸ਼ੋਜ਼ ਕਿ ਕਿੰਨੀ ਜ਼ਿਆਦਾ ਪੈਟਰੀਆਰਕਲ ਐਟੀਟਿਊਡ ਜਾਂ ਮੇਲ ਚਾਈਲਡ ਲਈ ਕਿੰਨੀ ਪ੍ਰੈਫਰੈਂਸ ਇੰਡੀਆ ਦੇ ਸੋਸਾਇਟੀ ਦੇ ਵਿੱਚ ਹੈ, ਜਿਹਦੇ ਕਰਕੇ ਆਪਾਂ ਨੂੰ ਸੈਕਸ ਰੇਸ਼ੀਓ ਐਟ ਬਰਥ ਦਾ ਇਸ਼ੂ ਫੇਸ ਕਰਨਾ ਪੈ ਰਿਹਾ ਹੈ, ਲੋ ਸੈਕਸ ਰੇਸ਼ੀਓ ਐਟ ਬਰਥ ਇਨ ਦੀ 13 ਸਟੇਟਸ, ਰਾਈਟ। ऑल्दो नीति आयोग की रिपोर्ट, इवैल्यूएशन रिपोर्ट ने कहा है कि बेटी बचाओ बेटी पढ़ाओ प्रोग्राम के करके पॉजिटिव इंपैक्ट जरूर आया है। हरियाणा जैसी स्टेट्स विच बहुत जगह ते कुड़ियां दी पढ़ाई ते कुड़ियां नूं ना मारन ते फोकस किया जा रहा है, बट स्टिल ओवरऑल नंबर्स अगर आप देखिए तो वो वरीसम है, राइट, बिकॉज ऑफ द पैट्रियार्कल एटीट्यूड। इसलिए बहुत जरूरी है कि गवर्नमेंट सोशल अवेयरनेस ते काम करे, ਰਾਈਟ। ਸਭ ਤੋਂ ਪਹਿਲਾਂ ਲੋਕਾਂ ਦਾ ਐਟੀਟਿਊਡ ਚੇਂਜ ਹੋਣਾ ਚਾਹੀਦਾ ਹੈ, ਦੈਨ ਓਨਲੀ ਆਪਾਂ ਫੀਮੇਲ ਫਿਟੀਸਾਈਡ ਨੂੰ ਪ੍ਰੀਵੈਂਟ ਕਰ ਪਾਵਾਂਗੇ। ਤੇ ਇਹ ਐਟੀਟਿਊਡ ਕਿਵੇਂ ਚੇਂਜ ਹੋਏਗਾ, ਜਦੋਂ ਗਰਲਸ ਨੂੰ ਲਾਇਬਿਲਿਟੀ ਦੀ ਤਰ੍ਹਾਂ ਨਹੀਂ, ਰਾਦਰ ਐਜ਼ ਅ ਰਿਸਪੌਂਸਿਬਲ ਇੰਡੀਪੈਂਡੈਂਟ ਸਿਟੀਜ਼ਨ ਦੇਖਿਆ ਜਾਏਗਾ। ਉਹਦੇ ਲਈ ਗਰਲਸ ਦੀ ਐਜੂਕੇਸ਼ਨ ਤੇ ਗਵਰਨਮੈਂਟ ਨੂੰ ਪੈਸਾ ਲਾਣਾ ਪੈਣਾ ਹੈ, ਇਹਨਾਂ ਨੂੰ ਇੰਪਲੋਏਬਲ ਬਣਾਉਣਾ ਪੈਣਾ ਹੈ, ਰਾਈਟ। ਮਟਰਨਿਟੀ ਬੈਨੀਫਿਟਸ ਦੇਣੇ ਪੈਣੇ ਹੈ ਤਾਂ ਕਿ ਹਰ ਸਟੇਜ ਆਫ ਲਾਈਫ ਤੇ ਇੱਕ ਗਰਲ ਜੋ ਹੈ ਇੰਡੀਪੈਂਡੈਂਟਲੀ ਆਪਦੇ ਪੈਰਾਂ ਤੇ ਖੜੀ ਹੋ ਸਕੇ, ਆਪਦੇ ਪਰਿਵਾਰ ਦਾ ਧਿਆਨ ਰੱਖ ਸਕੇ, ਐਂਡ ਸ਼ੀ ਇਜ਼ ਨਾਟ ਬਾਉਂਡ ਬਾਏ some another man's will or something like that, right? So she should be an independent citizen of India, right? That can help us reduce sex ratios, female feticides at birth, right? नेक्स्ट अगेन डाटा पॉइंट आया है चिल्ड्रन ਜਿਹੜੇ ਅਨਦਰ ਵਲਨਰੇਬਲ ਸੈਕਸ਼ਨ ਆਫ ਸੋਸਾਇਟੀ ਹੈ, ਇਹਨਾਂ ਤੇ ਕਾਫੀ ਇਸ਼ੂਜ਼ ਰਹਿੰਦੇ ਆ। ਬੱਚੇ ਜਿਹੜੇ ਆ ਕਿਡਨੈਪ ਹੋ ਜਾਂਦੇ ਆ, ਟ੍ਰੈਫਿਕਿੰਗ 'ਚ ਕੰਮ ਆਉਂਦੇ ਨੇ, ਸਲੇਵਰੀ 'ਚ ਪਾ ਦਿੱਤੇ ਜਾਂਦੇ ਆ, ਪ੍ਰੋਸਟੀਟਿਊਸ਼ਨ ਵਿੱਚ ਜਾਂ ਆਰਗਨ ਡੋਨੇਸ਼ਨ, ਇਸ ਤਰੀਕੇ ਦੇ ਬਹੁਤ ਸਾਰੇ ਕ੍ਰਾਈਮ ਚਾਈਲਡ ਦੇ ਅਗੇਂਸਟ ਹੁੰਦੇ ਰਹਿੰਦੇ ਨੇ, ਰਾਈਟ। ਤਾਂ ਉਹ ਕਾਫੀ ਆਪਣੇ ਲਈ ਵਰੀਸਮ ਕੰਡੀਸ਼ਨ ਹੈ। ਹੁਣ ਹੋਰ ਵੀ ਕਿਆ ਵਰੀਸਮ ਹੈ ਕਿ ਬਹੁਤ ਸਾਰੇ ਬੱਚੇ ਜਿਹੜੇ ਹੈ ਉਹ ਅਨਾਥ ਹੋ ਜਾਂਦੇ ਹੈ, ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਛੱਡ ਕੇ ਭੱਜ ਜਾਂਦੇ ਹੈ, ਜਾਂ ਇਸ ਤਰੀਕੇ ਨਾਲ ਜਿਹੜੇ ਬੱਚੇ ਹੈ ਉਹ ਅਕੇਲੇ ਹੋ ਜਾਂਦੇ ਆ ਵਿਦਆਊਟ ਐਨੀ ਪੇਰੈਂਟ ਔਰ ਗਾਰਜੀਅਨ,
ठीक है, ये ਕਾਫੀ ਵਰੀਸਮ ਕੰਡੀਸ਼ਨ ਹੈ ਕਿਉਂਕਿ ਇੱਕ ਬੱਚੇ ਨੂੰ ਪਾਲਣਾ, ਵੱਡੇ ਕਰਨਾ, ਪਾਲਣ ਪੋਸ਼ਣ ਕਰਨਾ, ਉਹਨਾਂ ਨੂੰ ਪੜ੍ਹਾਈ ਦੇਣਾ, ਵੈਲਿਊਜ਼ ਦੇਣਾ, ਇਹ ਕਾਫੀ ਇੰਪੋਰਟੈਂਟ ਰੋਲ ਹੁੰਦਾ ਹੈ ਪੈਰੈਂਟ ਦਾ। ਤੇ ਜਦੋਂ ਇੱਕ ਪੈਰੈਂਟ ਨਹੀਂ ਰਹਿੰਦਾ ਤਾਂ ਬੱਚੇ ਦਾ ਪੂਰਾ ਫਿਊਚਰ ਰੁਲ ਜਾਂਦਾ ਹੈ, ਰਾਈਟ। ਹੁਣ ਇਸੇ ਲਈ ਇਹ ਡਾਟਾ ਕਾਫੀ ਵਰੀਸਮ ਹੈ ਕਿਉਂਕਿ ਸੈਂਟਰ ਦੀ ਇੱਕ ਰਿਪੋਰਟ ਦੇ ਅਕੋਰਡਿੰਗ ਪਿਛਲੇ 3 ਸਾਲ ਦੇ ਵਿੱਚ ਰਾਈਜ਼ ਇਨ ਔਰਫਨਡ ਅਬੈਂਡਨਡ ਸਰੈਂਡਰਡ ਬੱਚੇ ਦੇਖਿਆ ਗਿਆ ਹੈ। ਪਿਛਲੇ 3 ਸਾਲਾਂ ਦੇ ਵਿੱਚ ਇਹੋ ਜਿਹੇ ਬੱਚੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਪੇਰੈਂਟਸ ਨਹੀਂ ਰਹੇ ਜਾਂ ਉਹ ਕਿਸੇ ਤਰੀਕੇ ਨਾਲ ਉਹਨਾਂ ਨੂੰ ਛੱਡ ਕੇ ਪੇਰੈਂਟਸ ਭੱਜ ਗਏ ਫॉर ਐਨੀ ਰੀਜ਼ਨ, that is increasing। ਠੀਕ ਹੈ, ਤਾਂ ਮਤਲਬ ਆਪਣੇ ਇੰਡੀਆ ਦੇ ਡੈਮੋਗ੍ਰਾਫਿਕ ਡਿਵੀਡੈਂਡ ਦੇ ਬੇਸ ਦੇ ਪਰਸਪੈਕਟਿਵ ਤੋਂ ਵੀ ਇਹ ਵਰੀਸਮ ਹੈ। ਸਾਡੇ ਬੱਚਿਆਂ ਨੂੰ ਅਗਰ ਅੱਛੇ ਤਰੀਕੇ ਦੀ ਪੈਰੈਂਟਿੰਗ ਨਹੀਂ ਮਿਲੇਗੀ ਤਾਂ ਫਿਊਚਰ ਉਹਨਾਂ ਦਾ ਬਲੀਕ ਹੋਏਗਾ, ਰਾਈਟ। ਸੋ ਇਹ ਡਾਟਾ ਚਿਲਡਰਨ ਦੇ ਨਾਲ ਰਿਲੇਟਡ ਏਰੀਆਜ਼ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ, ਰਾਈਟ। ਫਾਈਨਲੀ ਰਿਮੂਵ ਡਬਲ ਸਟੈਂਡਰਡਸ ਇਨ ਟੈਕਲਿੰਗ ਟੈਰਰ, ਅਜੀਤ ਡੋਵਾਲ ਐਟ ਬ੍ਰਿਕਸ। ਠੀਕ ਹੈ, ਆਪਾਂ ਕੁਝ ਦਿਨ ਪਹਿਲਾਂ ਵੀ ਡਿਸਕਸ਼ਨ ਤੇ ਦੇਖਿਆ ਸੀ ਕਿ ਬ੍ਰਿਕਸ ਸਮਿਟ ਜਿਹੜਾ ਹੈ ਸਟਾਰਟ ਹੋਣ ਵਾਲਾ ਹੈ। ਸੋ ਕਰੰਟਲੀ ਅਜੀਤ ਡੋਵਾਲ ਆਪਣੇ ਐਨਐਸਏ ਜਿਹੜੇ ਨੇ, ਹੀ ਇਜ਼ ਰਿਪਰੈਜ਼ੈਂਟਿੰਗ ਇੰਡੀਆ ਇਨ ਦੀ ਸਮਿਟ। तो ਹੁਣ ਇਸ਼ੂ क्या आया है, देखो इंडिया ਤੇ ਹੋਰ ਸਾਰੀ ਕੰਟਰੀਜ਼ ਟੈਰਰਿਜ਼ਮ ਤੋਂ ਬਹੁਤ ਇੰਪੈਕਟਡ ਰਹਿੰਦੀਆਂ ਹੈ, ਸਪੈਸ਼ਲੀ ਕੰਟਰੀਜ਼ ਲਾਈਕ ਇੰਡੀਆ, ਯੂਐਸਏ ਵਗੈਰਾ। ਠੀਕ ਹੈ, ਤਾਂ ਇਹ ਮਿਲ ਕੇ ਬੜੀ ਕੋਸ਼ਿਸ਼ ਕਰਦੀਆਂ ਹੈ ਕਿ ਯੂਨਾਈਟਿਡ ਨੇਸ਼ਨਸ ਦੇ ਵਿੱਚ ਸਿਕਿਉਰਿਟੀ ਕਾਉਂਸਲ ਦੇ ਥਰੂ ਬਹੁਤ ਸਾਰੇ ਟੈਰਰਿਸਟ ਨੂੰ ਤੇ ਉਹਨਾਂ ਦੀ ਆਰਗੇਨਾਈਜੇਸ਼ਨਸ ਨੂੰ ਬੈਨ ਕੀਤਾ ਜਾਵੇ ਤਾਂ ਕਿ ਉਹਨਾਂ ਦੀ ਫੰਡਿੰਗ ਵਗੈਰਾ ਨੂੰ ਕੰਟਰੋਲ ਕੀਤਾ ਜਾ ਸਕੇ। ਬਟ ਹਰ ਵਾਰ ਆਪਾਂ ਦੇਖਦੇ ਹਾਂ ਕਿ ਚਾਈਨਾ ਜਿਹੜਾ ਹੈ ਇਹ ਜੀ ਰੈਜ਼ੋਲਿਊਸ਼ਨਸ ਨੂੰ ਵੀਟੋ ਕਰ ਦਿੰਦਾ ਹੈ, राइट, बिकॉज इट इज वर्किंग इन फेवर ऑफ पाकिस्तान। ये नहीं चाहता टैररिज्म वगैरह खत्म हो, इंडिया यूएस जेड़े इंपैक्ट होंदे रहन। तो ये क्या करता है, टैररिस्ट नु यू नो टैररिस्ट नु बैन करन तो वीटो यूज कर दिंदा है। नाउ ये बड़ी ही कंसर्निंग सिचुएशन है, ਆਪਾਂ ਟੈਰਰਿਜ਼ਮ ਕੰਟਰੋਲ ਕਰਨਾ ਚਾਹ ਰਹੇ ਹਾਂ ਬਟ ਇਹ ਬੰਦਾ ਵੀਟੋ ਵੀਟੋ ਕਰੀ ਜਾ ਰਿਹਾ ਹੈ। ਤਾਂ ਹੁਣ ਇੰਡੀਆ ਨੇ ਕੀ ਕੀਤਾ ਹੈ, ਇੰਡੀਆ ਨੇ ਬ੍ਰਿਕਸ 'ਚ ਹੀ ਇਹ ਕਿਹਾ ਹੈ, ਬ੍ਰਿਕਸ ਚਾਈਨਾ ਵੀ ਮੈਂਬਰ ਹੈ, ਇੰਡੀਆ ਵੀ ਤੇ ਹੋਰ ਕੰਟਰੀਜ਼ ਵੀ। ਇੰਡੀਆ ਕਹਿੰਦਾ ਕਿ ਅਗਰ ਬ੍ਰਿਕਸ ਐਜ਼ ਐਨ ਆਰਗੇਨਾਈਜੇਸ਼ਨ ਇਜ਼ ਸੀਰੀਅਸ ਅਬਾਊਟ ਟੈਰਰਿਜ਼ਮ, ਫਾਈਟਿੰਗ ਟੈਰਰਿਜ਼ਮ, ਤਾਂ ਲੈਟਸ ਸਿਟ ਐਂਡ ਮੇਕ ਅ ਲਿਸਟ ਆਫ ਟੈਰਰਿਸਟ that needs to be banned in BRICS itself। ਠੀਕ ਹੈ, ਸੋ ਹੁਣ ਫੇਸ ਟੂ ਫੇਸ ਇੰਡੀਆ ਕਹਿ ਰਿਹਾ ਹੈ ਚਲੋ ਲੈ, ਜੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਗਲਤ ਬੰਦਿਆਂ ਦਾ ਨਾਮ ਇੱਥੇ ਲੈ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਵੀਟੋ ਕਰੀ ਜਾ ਰਹੇ ਹੋ, let's sit together and make a list of all the harmful terrorists and let's take some action against them। ਠੀਕ ਹੈ, ਇਹ ਬਹੁਤ ਹੀ ਇੰਟੈਲੀਜੈਂਟ ਮੂਵ ਹੈ ਓਵਰਆਲ ਇੰਡੀਆ ਦਾ। ਠੀਕ ਹੈ, ਸਿੱਧਾ ਚਾਈਨਾ ਨੂੰ ਐਕਸਪੋਜ਼ ਕਰਨਾ that China is the one that is pushing terrorism, ਇਹਦੇ ਥਰੂ ਹੋਏਗਾ। ਅਗਰ ਚਾਈਨਾ ਬੈਠ ਕੇ ਲਿਸਟ 'ਚ ਨਾਮ ਨਹੀਂ ਦਿੰਦਾ, ਕੰਟਰੀਬਿਊਟ ਨਹੀਂ ਕਰਦਾ, ਇਟ ਵਿਲ ਬੀ ਕਲੀਅਰ that China is the one that is supporting terrorism, right। ਸੋ ਇਹ ਹੋ ਸਕਦਾ ਹੈ ਇਨੀਸ਼ੀਏਟਿਵ ਕਾਫੀ ਕੰਮ ਆਵੇ ਇੰਡੀਆ ਦੇ, ਜਾਂ ਤਾਂ ਚਾਈਨਾ ਨੂੰ ਕੁਝ ਐਕਸ਼ਨ ਲੈਣਾ ਪਏਗਾ ਔਰ ਅਦਰਵਾਈਜ਼ ਇਟ ਵਿਲ ਬੀ ਕਲੀਅਰ, ਇਹਦਾ ਫੇਸ ਸਾਹਮਣੇ ਆਏਗਾ ਸਾਰੀ ਦੁਨੀਆ ਦੇ ਸਾਹਮਣੇ that it is the one that is promoting supporting terrorism to harm the countries, the competitor countries like India and USA, ਰਾਈਟ। ਸੋ ਲੈਟਸ ਸੀ ਕਿ ਅੱਗੇ ਜਾ ਕੇ ਤੇ ਇੰਡੀਆ ਕੁਝ ਅੱਛੇ ਤਰੀਕੇ ਨਾਲ ਵਰਕ ਕਰ ਪਾਉਂਦਾ ਹੈ ਕਿ ਨਹੀਂ। ਅਦਰਵਾਈਜ਼ ਆਈਡੀਆ ਮੈਨੂੰ ਅੱਛਾ ਲੱਗਿਆ ਇਹ, ਸੋ ਯੂ ਕੀਪ ਦਿਸ ਇਨ ਰਿਟਨ ਵਿਦ ਯੂ, ਕਾਫੀ ਜਗ੍ਹਾਵਾਂ ਤੇ ਇਹਨੂੰ ਯੂਜ਼ ਕਰ ਸਕਦੇ ਹੈ, ਰਾਈਟ। ਸੋ ਦਿਸ ਇਜ਼ ਆਲ ਫॉर ਦਿਸ ਡਿਸਕਸ਼ਨ। ਅਗਰ ਤੁਹਾਨੂੰ ਕੋਈ ਡਾਊਟ, ਕੁਐਰੀ ਕੁਝ ਵੀ ਹੋਵੇ, ਯੂ ਕੈਨ ਕਾਲ ਅਸ ਐਟ ਦਿਸ ਨੰਬਰ, ਵਿਲ ਬੀ देयर ਟੂ ਹੈਲਪ ਯੂ and please check the details of these programs, they are going to help you a lot। ਅਗਰ ਤੁਸੀਂ ਹਜੇ ਤੱਕ ਕੋਈ GS ਕੋਰਸ ਨਹੀਂ ਲਿੱਤਾ ਹੈ, do consider joining this, you can take the demo class also। ਅਗਰ ਤੁਸੀਂ ਸੈਲਫ ਸਟੱਡੀ ਕਰ ਰਹੇ ਹੋ, ਤੁਹਾਨੂੰ ਨਹੀਂ ਸਮਝ ਆ ਰਿਹਾ ਕਿ ਪੜ੍ਹਨਾ ਕਿਵੇਂ ਚਾਹੀਦਾ ਹੈ, ਗਾਈਡ ਦੀ ਜ਼ਰੂਰਤ ਹੈ, ਡੂ ਜੁਆਇਨ ਦਿਸ ਪ੍ਰੋਗਰਾਮ। ਤੁਸੀਂ ਕਾਫੀ ਬੈਨੀਫਿਟ ਕਰਨ ਵਾਲੇ ਹੋ ਆਲਰੇਡੀ। ਜਿਹੜੇ ਮੇਰੇ ਨਾਲ ਜੁੜੇ ਹੋਏ ਬੱਚੇ ਨੇ ਉਹਨਾਂ ਨੂੰ ਆਪਦੀ ਪ੍ਰੈਪਰੇਸ਼ਨ ਵਿੱਚ ਕਾਫੀ ਫਰਕ ਲੱਗ ਰਿਹਾ ਹੈ, ਮੈਨੂੰ ਵੀ ਉਹਨਾਂ ਦੇ ਨੋਟਸ ਵਿੱਚ, ਉਹਨਾਂ ਦੀ ਸਟ੍ਰੈਟਜੀਜ਼ ਵਿੱਚ ਕਾਫੀ ਟਰਾਂਸਫੋਰਮੇਟਿਵ ਚੇਂਜਸ ਦਿਖ ਰਹੇ ਨੇ। ਸੋ ਇਫ ਯੂ ਆਲਸੋ ਵਾਂਟ ਸੱਚ ਬੈਨੀਫਿਟਸ, ਸੱਚ ਟਰਾਂਸਫੋਰਮੇਟਿਵ ਚੇਂਜਸ, ਡੂ ਜੁਆਇਨ ਦਿਸ ਪ੍ਰੋਗਰਾਮ, ਮੈਸੇਜ ਅਸ ਐਂਡ ਵੀਲ ਹੈਲਪ ਯੂ। ਐਂਡ ਅਗਰ ਤੁਸੀਂ ਪ੍ਰੈਪਰੇਸ਼ਨ ਨੂੰ ਆਪਦੀ ਨੂੰ ਟਾਈਟ ਕਰਨਾ ਚਾਹੁੰਦੇ ਹੋ ਤਾਂ ਟੈਸਟ ਸੀਰੀਜ਼ ਬਹੁਤ ਜ਼ਰੂਰੀ ਰੋਲ ਪਲੇ ਕਰਦੀ ਹੈ, ਰਾਈਟ। ਕੁਐਸਚਨਸ ਨੂੰ ਪ੍ਰੈਕਟਿਸ ਕਰਨਾ, ਉਹਨਾਂ ਨੂੰ ਆਨਸਰ ਕਰਨਾ ਕਾਫੀ ਹੈਲਪ ਕਰਦਾ ਹੈ ਆਪਦੀ ਰਿਵੀਜ਼ਨ ਕਰਨ 'ਚ, ਆਪਦੀ ਪ੍ਰੈਪਰੇਸ਼ਨ ਲੈਵਲ ਨੂੰ ਅਸੈਸ ਕਰਨ 'ਚ। ਤਾਂ ਇਹ ਟੈਸਟ ਸੀਰੀਜ਼ ਜੁਆਇਨ ਕਰੋ ਕਿਉਂਕਿ ਇਹ ਪੰਜਾਬ ਲਈ ਸਪੈਸੀਫਿਕਲੀ ਬਣੀ ਹੈ। ਪੰਜਾਬ ਦੇ ਕੁਐਸਚਨਸ ਕਾਫੀ ਸਾਰੇ ਮਿਲਣਗੇ ਤੁਹਾਨੂੰ। ਵਰਲਡ ਹਿਸਟਰੀ ਜਿਹੜਾ ਇੰਪੋਰਟੈਂਟ ਟੌਪਿਕ ਹੈ ਪੰਜਾਬ ਲਈ, ਉਹਦੇ ਵੀ ਕੁਐਸਚਨਸ ਅਸੀਂ ਇਨਕਲੂਡ ਕੀਤੇ ਹੈ।
ਇੱਕ ਪੂਰਾ ਫੁੱਲ ਟੈਸਟ ਪੰਜਾਬ ਦੇ ਸਿਲੇਬਸ ਤੇ ਹੀ ਦਿੱਤਾ ਜਾਏਗਾ ਸੋ ਦੈਟ ਪੰਜਾਬ ਵਾਲਾ ਏਰੀਆ ਜਿਹੜਾ ਹੈ ਤੁਹਾਡਾ ਸਟਰੋਂਗਲੀ ਡਿਵੈਲਪਡ ਰਹੇ ਪੰਜਾਬ ਦੇ ਸਾਰੇ ਪੇਪਰਾਂ 'ਚ ਤੁਹਾਨੂੰ ਕੰਮ ਆਉਣਾ ਹੈ ਰਾਈਟ ਐਲੀਮੀਨੇਸ਼ਨ ਮੈਥਡ ਸਿਖਾਉਣ ਲਈ ਜੀ ਹਾਂ ਐਲੀਮੀਨੇਸ਼ਨ ਮੈਥਡ ਪੀਪੀਐਸਸੀ ਵਿੱਚ ਕਾਫੀ ਜ਼ਿਆਦਾ ਰੈਲੇਵੈਂਟ ਹੈ ਹਜੇ ਵੀ ਰਾਈਟ ਸੋ ਉਹ ਵੀ ਸਿਖਾਉਣ ਲਈ ਅਸੀਂ ਕਾਫੀ ਸਾਰੀ ਟ੍ਰਿਕਸ ਵਗੈਰਾ ਹਰ ਕੁਐਸਚਨ ਵਿੱਚ ਪ੍ਰੋਵਾਈਡ ਕੀਤੀਆਂ ਹੈ ਤਾਂ ਕਿ ਤੁਸੀਂ ਉੱਥੇ ਹੀ ਪ੍ਰੈਕਟਿਸ ਤੇ ਲਰਨ ਕਰ ਸਕੋ right so this is all about this discussion like share and subscribe our channel with as many aspirants as you can thank you so much for joining